ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਲੀਡ ਬੈਂਕ ਪੰਜਾਬ ਨੈਸ਼ਨਲ ਬੈਂਕ ਵੱਲੋਂ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਖੇ ਕੋਵਿਡ ਮਹਾਮਾਰੀ ਅਤੇ ਆਮ ਬਿਮਾਰੀਆਂ ਦੇ ਮਰੀਜ਼ਾਂ ਦੀ ਦੇਖ-ਰੇਖ ਲਈ 10 ਵੱਖ-ਵੱਖ ਤਰ੍ਹਾਂ ਦੇ ਉਪਕਰਨ ਭੇਂਟ ਕੀਤੇ ਗਏ। ਇਸ ਮੌਕੇ ਤੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਅਰਵਿੰਦਪਾਲ ਸੰਧੂ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਜ਼ੋਨਲ ਪ੍ਰਬੰਧਕ ਸ਼੍ਰੀ ਸੁਮੰਤ ਮੋਹਾਂਤੀ ਵਿਸ਼ੇਸ਼ ਤੌਰ ਤੇ ਪੁੱਜੇ। ਪੰਜਾਬ ਨੈਸ਼ਨਲ ਬੈਂਕ ਵੱਲੋਂ ਸਮੁੱਚੇ ਦੇਸ਼ ਵਿੱਚ 110 ਸਿਵਲ ਹਸਪਤਾਲ ਨੂੰ ਇਹ ਉਪਕਰਨ ਭੇਂਟ ਕੀਤੇ ਜਾਣੇ ਹਨ, ਜਦਕਿ ਲੁਧਿਆਣਾ ਜ਼ੋਨ ਦੇ 3 ਜ਼ਿਲ੍ਹੇ ਫਾਜ਼ਿਲਕਾ, ਫਿਰੋਜ਼ਪੁਰ ਅਤੇ ਮੁਹਾਲੀ ਦੇ ਹਸਪਤਾਲਾਂ ਵਿੱਚ ਇਹ ਉਪਕਰਨ ਭੇਂਟ ਕੀਤੇ ਜਾ ਰਹੇ ਹਨ। ਆਓ ਜਾਣਦੇ ਹਾਂ ਇਸ ਮੌਕੇ ਤੇ ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਸੰਧੂ ਵੱਲੋਂ ਲੋਕਾਂ ਅਤੇ ਬੈਂਕ ਅਧਿਕਾਰੀਆਂ ਨੂੰ ਦਿੱਤੇ ਗਏ ਸੰਦੇਸ਼ ਅਤੇ ਉਪਕਰਨਾਂ खास तौर से अपने वालों और सारे साढ़े सिविल सर्जन ऑफिस वालों धन्यवादी हैं। बाई चांस आ प्रोग्राम पंजाब नैशनल बैंक का बन गया तो मैं सोचा करूँ ਅੱਜ ਸਿਵਲ ਹਸਪੀਟਲ ਫਾਜ਼ਿਲਕਾ 'ਚ ਇੱਕ ਵਿਸ਼ੇਸ਼ ਫੰਕਸ਼ਨ ਰੱਖਿਆ ਗਿਆ ਜਿਸ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਵਾਸਤੇ ਕਰੋਨਾ ਨੂੰ ਮੁੱਖ ਰੱਖਦੇ ਹੋਏ 9 ਕਿਸਮ ਦੀਆਂ ਆਈਟਮਸ ਦਿੱਤੀਆਂ ਸਾਡੇ ਜ਼ਿਲ੍ਹੇ ਵਾਸਤੇ, ਜਿਨ੍ਹਾਂ ਦੀ ਕੁੱਲ ਕੀਮਤ 10 ਲੱਖ ਰੁਪਈਆ ਬਣਦੀ ਹੈ। ਸੋ ਇਹ ਬੈਂਕ ਵੱਲੋਂ ਆਪਣੇ ਪੱਧਰ ਤੇ ਅਸਿਸਟੈਂਸ ਹੈ ਟੂ ਦੀ ਸਿਵਲ ਸਰਜਨ ਆਫਿਸ। ਕਰੋਨਾ ਦਾ ਦੌਰ ਜਿਵੇਂ ਕਿ ਆਪਾਂ ਨੂੰ ਪਤਾ ਹੈ ਪਿਛਲੇ 1.5 ਸਾਲ ਤੋਂ ਚੱਲ ਰਿਹਾ ਔਰ 2 ਕਰੋਨਾ ਦੀਆਂ ਵੇਵਸ ਆ ਚੁੱਕੀਆਂ। 3rd ਵੇਵ ਆਉਣ ਦੀ ਸੰਭਾਵਨਾ ਹੈਗੀ ਹੈ ਆਉਣ ਵਾਲੇ 10 ਦਿਨਾਂ ਤੱਕ। ਔਰ ਇੱਥੇ ਤੁਹਾਡੇ ਰਾਹੀਂ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਆਉਣ ਵਾਲੀ 3rd ਵੇਵ ਤੋਂ ਆਪਾਂ ਜ਼ਰੂਰ ਬਚੀਏ, ਮਾਸਕ ਪਾਈਏ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਕੇ ਰੱਖੀਏ, ਸਮੇਂ-ਸਮੇਂ ਤੇ ਆਪਾਂ ਹੱਥ ਧੋਈਏ ਔਰ ਵੈਕਸੀਨੇਸ਼ਨ ਜ਼ਰੂਰ ਕਰਵਾਈਏ। ਇਸ ਤੋਂ ਇਲਾਵਾ ਜੇ ਕੋਈ ਬੰਦਾ ਬਿਮਾਰ ਹੈ, ਕੋਈ ਖੰਘ ਖਾਂਸੀ ਹੈ, ਜ਼ੁਕਾਮ ਹੈ, ਕਿਸੇ ਤਰ੍ਹਾਂ ਦੀ ਵੀ ਉਹਨਾਂ ਨੂੰ ਲੱਗਦਾ ਹੈ, ਕੋਈ ਢਿੱਲਾ ਹੈ, ਬੁਖਾਰ ਹੈ, ਕਿਸੇ ਤਰ੍ਹਾਂ ਦਾ ਵੀ, ਉਹ ਆਪਦਾ ਇਮੀਡੀਏਟ ਚੈੱਕ ਕਰਾਵੇ ਔਰ ਮੈਡੀਸਨ ਲਵੇ ਔਰ ਉਸ ਦਾ ਇਲਾਜ ਹੋਵੇ ਤਾਂ ਕਿ ਕਿਸੇ ਤਰ੍ਹਾਂ ਵੀ ਕਰੋਨਾ ਦੀ ਬਿਮਾਰੀ ਜਿਹੜੀ ਹੈ, ਇਹ ਵਾਇਰਲ ਜਿਹੜਾ ਹੈ ਅੱਗੇ ਵੱਧ ਨਾ ਸਕੇ ਔਰ ਉਹਨੂੰ ਆਈਸੋਲੇਟ ਹੋਣ ਦੀ ਲੋੜ ਹੈ। ਹੋਮ ਆਈਸੋਲੇਸ਼ਨ ਵੀ ਹੋ ਸਕਦਾ ਹੈ, ਜੇ ਜ਼ਿਆਦਾ ਕੋਈ ਪ੍ਰੋਬਲਮ ਹੈ ਤਾਂ ਹਸਪਤਾਲ ਆ ਕੇ ਐਡਮਿਟ ਵੀ ਹੋ ਸਕਦਾ ਹੈ। ਸੋ ਇਹ ਆਉਣ ਵਾਲੀ 3rd ਵੇਵ ਦੇ ਸੰਬੰਧ 'ਚ ਸਾਡੀ ਵਿਸ਼ੇਸ਼ ਬੇਨਤੀ ਹੈ ਸਾਰੇ ਇਲਾਕਾ ਨਿਵਾਸੀਆਂ ਨੂੰ। ਇਸ ਫੰਕਸ਼ਨ ਦੇ ਸੰਬੰਧ 'ਚ ਮੈਂ ਵਿਸ਼ੇਸ਼ ਤੌਰ ਤੇ ਦੁਬਾਰਾ ਫਿਰ ਪੰਜਾਬ ਨੈਸ਼ਨਲ ਬੈਂਕ ਨੂੰ ਧੰਨਵਾਦੀ ਕਹਿਣਾ ਕਿ ਉਹਨਾਂ ਨੇ ਆਪ ਦਾ ਸਹਿਯੋਗ ਦਿੱਤਾ। ਸਾਡੇ ਜ਼ਿਲ੍ਹੇ ਵਾਸਤੇ ਉਹਨਾਂ ਨੇ 10 ਲੱਖ ਦੀਆਂ ਆਈਟਮ ਸਾਡੇ ਦਿੱਤੀਆਂ ਔਰ ਸਾਡੇ ਜ਼ਿਲ੍ਹੇ ਦਾ ਉਹਨਾਂ ਨੂੰ ਖਿਆਲ ਸੀਗਾ, ਸਾਡਾ ਜ਼ਿਲ੍ਹਾ ਉਹਨਾਂ ਨੇ ਚੁਣਿਆ ਔਰ ਈਵਨ ਮੈਂ ਸਾਡੇ ਇਲਾਕੇ ਦੇ ਜਿਹੜੇ NGOs ਨੇ ਔਰ ਸਾਡੇ ਡਾਕਟਰਸ ਨੇ, ਸਟਾਫ ਹੈ, ਨਰਸਿੰਗ ਸਟਾਫ ਹੈ, ਸਾਰਾ ਮੈਡੀਕਲ ਸਟਾਫ ਹੈ ਜਿਹੜਾ ਪਿਛਲੇ 1.5 ਸਾਲ ਤੋਂ ਕੰਮ ਕਰ ਰਿਹਾ ਹੈ, ਕਰੋਨਾ ਦੇ ਵਿਰੁੱਧ ਲੜਾਈ ਲੜ ਰਹੇ ਹੈ, ਮੈਂ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਇੰਨੀ ਐਫਰਟ। ਇਹ ਸਾਰੇ ਕਰੋਨਾ ਨਾਲ ਲੜਨ ਵਾਸਤੇ ਨਹੀਂ ਜਾਂ ਜਨਰਲ ਕਰੋਨਾ ਦੇ ਵਿੱਚ ਵੀ ਇਸਤੇਮਾਲ ਹੋ ਸਕਦੇ, ਉਸ ਤੋਂ ਕਰੋਨਾ ਵਿੱਚ ਵੀ ਇਸਤੇਮਾਲ ਹੋਣਗੇ ਜਿੰਨਾ ਚਿਰ ਇਹ ਦੌਰ ਕਰੋਨਾ ਚੱਲਦਾ। ਉਸ ਤੋਂ ਬਾਅਦ ਹਸਪਤਾਲ ਕੋਲੇ ਰਹਿ ਜਾਣਗੇ, ਉਸ ਤੋਂ ਬਾਅਦ ਵੀ ਇਸਤੇਮਾਲ ਹੁੰਦੇ ਰਹਿਣਗੇ। पंजाब नेशनल बैंक भारत का दूसरा बड़ा PSU बैंक है और पंजाब में हम लोग एक जो पंजाब का बैंकिंग सिस्टम है उसका एक बड़ा हिस्सा है। तो उसका हिस्सा होने के नाते हमारा एक कॉर्पोरेट सोशल रिस्पॉन्सिबिलिटी है और उसी कॉर्पोरेट सोशल रिस्पॉन्सिबिलिटी के तहत आज हम लोग ने ये फजीलका का जो हॉस्पिटल है उसको हमने 10 लाख का मेडिकल इक्विपमेंट्स डोनेट किया। जैसे देश तीसरा कोरोना का वेव का एंटिसिपेशन कर रहा है तो मुझे लगता है ये जो इक्विपमेंट्स है ये डेफिनेटली उनको कोरोना को प्रॉपर्ली हैंडल करने में और रोगियों को स्वास्थ्य सेवा प्रदान करने में सहायक होगा। तो मेरा सबसे जो हॉस्पिटल को जहाँ जहाँ पर हम लोग दे रहे हैं, हम लोग ऐसे 111 हॉस्पिटल को देश भर में दे रहे हैं, डिस्ट्रिक्ट में हम लोग ये कार्यक्रम कर रहे हैं जिसके तहत हम लोग 10 लाख हर हॉस्पिटल को दे रहे हैं। तो
मुझे पूरा विश्वास है कि इससे जो हमारा स्वास्थ्य सेवा होगा उसमें जो योगदान एक सोशल एक बड़ा पॉलिटिकल ऐसे जैसे बड़ा बैंकिंग सिस्टम होने के तहत हम लोग का जो था हम लोग इसको निभा पाएंगे। धन्यवाद। ये जो 111 डिस्ट्रिक्ट आपने चुने ये थ्रू आउट इंडिया चुने हैं? ये थ्रू आउट इंडिया चुना गया है। ये इसको क्या आधार बनाया गया है? ये 111 इसको एक्चुअली ये हमारा हेड ऑफिस ने इसको डिसीजन लिया है, मुझे पूरा पता नहीं इसका क्या है, लेकिन हमको यहाँ पर जो है हमारा जो लुधियाना जोन है यहाँ पर हमारा 3 डिस्ट्रिक्ट में हम लोग कर रहे हैं। एक्चुअली जो लीड डिस्ट्रिक्ट होता है, एक लीड डिस्ट्रिक्ट का जो रेस्पॉन्सिबिलिटी होता है बैंक्स का, तो हमारा जहाँ पर लीड डिस्ट्रिक्ट है वहाँ पर हम ये रेस्पॉन्सिबिलिटी निभा रहे हैं। ये लुधियाना डिस्ट्रिक्ट के जोनल ऑफिस के अंदर कौन कौन से डिस्ट्रिक्ट आते हैं? ये लुधियाना डिस्ट्रिक्ट अभी हम लोग 3 डिस्ट्रिक्ट में कर रहे हैं। ये एक फजील का हो गया, एक फिरोजपुर हो गया और एक मोहाली हो गया। तीनों डिस्ट्रिक्ट में हम लोग कर रहे हैं। और सभी जगह पे एक जैसे ही नहीं, ये ऑन डिमांड इनका जो रिक्वायरमेंट रहता है तो इनसे डिस्कस करके हम लोग देते हैं। इंस्ट्रूमेंट डोनेट किए गए उस फंक्शन ते उस इंस्ट्रूमेंट बारे थोड़ी जानकारी दिओ। ਅੱਜ ਬੜੀ ਹੀ ਖੁਸ਼ੀ ਵਾਲੀ ਦਿਨ ਹੈ ਕਿ ਪੰਜਾਬ ਨੈਸ਼ਨਲ ਬੈਂਕ ਵੱਲੋਂ ਸਾਨੂੰ ਤਕਰੀਬਨ 10 ਲੱਖ ਰੁਪਏ ਦੇ ICU ਟਾਈਪ ਜਿਹੜੇ ਇਕਵਿਪਮੈਂਟ ਜਿਹੜੇ ਆ ਨਾ ਉਹ CSR ਰਿਸਪੌਂਸਿਬਿਲਿਟੀ ਅਧੀਨ ਡੋਨੇਟ ਕੀਤੇ ਗਏ ਨੇ। ਇਹ ਜਿਹੜੇ ਇੰਸਟਰੂਮੈਂਟ ਹੈਗਾ ਇਹ ਬੜੇ ਸਫਿਸਟੀਕੇਟਡ ਇੰਸਟਰੂਮੈਂਟਸ ਹੈਗੇ ਆ ਜਿਹੜੇ ਕਿ ਕ੍ਰਿਟੀਕਲ ਕੇਅਰ ਦੇ ਵਿੱਚ ਨਾਲ ਦੇ ਨਾਲ ਦੂਜੀ ਕੇਅਰ ਦੇ ਵਿੱਚ ਵੀ ਵਰਤੇ ਜਾਂਦੇ ਆ, ਜਿਵੇਂ ਕਿ ਕਾਰਡਿਕ ਮੋਨੀਟਰਸ ਹੈਗੇ ਆ ਅਡਲਟ ਦੇ ਵੀ ਪੀਡੀਆਟ੍ਰਿਕਸ ਦੇ ਵੀ। ਦੈਨ ECG ਮਸ਼ੀਨਾਂ ਹੈ, ECG ਮਸ਼ੀਨਾਂ ਸਾਡੇ ਕੋਲ ਪਹਿਲਾਂ ਵੀ ਹੈਗੀਆਂ ਵੈਸੇ, ਇਹ ਐਡਵਾਂਸ 12 ਲੀਡ ECG ਮਸ਼ੀਨਾਂ ਦਿੱਤੀਆਂ ਗਈਆਂ ਨੇ। ਨਾਲੇ ਇਨਫਿਊਜ਼ਨ ਪੰਪ ਹੈ। ਇਨਫਿਊਜ਼ਨ ਪੰਪ ਉਹ ਇੱਕ ਇੰਸਟਰੂਮੈਂਟ ਹੁੰਦਾ ਹੈ ਜਿਹਦੇ ਨਾਲ ਮੀਟਰਡ ਡੋਜ਼ ਜਿਹੜੀ ਆ ਦਵਾਈਆਂ ਦੀ ਪੇਸ਼ੈਂਟ ਨੂੰ ਦਿੱਤੀ ਜਾਂਦੀ ਹੈ। ਜੇ ਪੇਸ਼ੈਂਟ ਨੂੰ ਆਪਾਂ ਲਗਾਤਾਰ ਮੀਟਰਡ ਮਤਲਬ ਕੈਲਕੂਲੇਟਡ ਡੋਜ਼ ਦੇਣੀ ਹੈ ਤਾਂ ਉਹਦੇ ਯੂਜ਼ ਹੁੰਦਾ ਹੈ। ਇਸੇ ਤਰ੍ਹਾਂ ਜਿਹੜਾ CPAP ਹੈ ਮਸ਼ੀਨ, ਉਹ ਕਿਸੇ ਨੂੰ ਸਾਹ ਦੇਣ ਵਾਸਤੇ ਉਸ ਮਸ਼ੀਨ ਦਾ ਯੂਜ਼ ਕੀਤਾ ਜਾਂਦਾ ਹੈ। ਨਾਲ ਹੀ ਨਾਲ ICU ਬੈਡਸ ਹੈਗੇ ਆ, ਪੀਡੀਆਟ੍ਰਿਕ ਬੈਡਸ ਹੈਗੇ ਆ ਅਤੇ ਪੀਡੀਆਟ੍ਰਿਕ ਵਾਰਮਰ ਵੀ ਹੈ। ਅਤੇ ਜਿਹੜੇ ਇੰਸਟਰੂਮੈਂਟ ਹੈ ਇਹ ਸਾਡੇ ਲਈ ਕਾਫੀ ਬੈਨੀਫੀਸ਼ੀਅਸ ਰਹਿਣਗੇ, ਕਿਉਂਕਿ ਜਦ ਨੰਬਰ ਆਫ ਕੇਸਿਸ ਵੱਧ ਜਾਂਦੇ ਆ ਉਸ ਵੇਲੇ ਸਾਨੂੰ ਜੋ ਵੀ ਇਕਵਿਪਮੈਂਟ ਹੈ ਉਹਦੀ ਵੀ ਜ਼ਿਆਦਾ ਲੋੜ ਪੈਂਦੀ ਹੈ। ਅਤੇ ਖਾਸ ਕਰ ਕੋਵਿਡ ਦੇ ਵਿੱਚ ਜੇ ਹੁਣ ਤੀਜੀ ਲਹਿਰ ਆਉਂਦੀ ਹੈ ਤਾਂ ਕਾਫੀ ਸਾਡੇ ਲਈ ਬੈਨੀਫੀਸ਼ੀਅਸ ਰਹਿਣਗੇ। ਅਦਰਵਾਈਜ਼ ਵੀ ਰੂਟੀਨ ਦੇ ਵਿੱਚ ਵੀ ਜਿਹੜੇ ਕ੍ਰਿਟੀਕਲ ਪੇਸ਼ੈਂਟਸ ਹੁੰਦੇ ਨੇ, ਸੀਰੀਅਸ ਪੇਸ਼ੈਂਟਸ ਹੁੰਦੇ ਆ, ਉਹਦੀ ਟ੍ਰੀਟਮੈਂਟ 'ਚ ਵੀ ਇਹ ਸਾਡੇ ਲਈ ਕਾਫੀ ਲਾਹੇਵੰਦ ਰਹਿਣਗੇ। ਇਹਨਾਂ ਇੰਸਟਰੂਮੈਂਟ ਦੀ ਤੁਸੀਂ ਡਿਮਾਂਡ ਕੀਤੀ ਸੀ ਜਾਂ ਉਹਨਾਂ ਨੇ ਜੋ ਆਪਣੇ ਪੱਧਰ ਤੇ ਮਨ ਪਾਉਂਦਾ ਸੀ ਉਹ ਦਿੱਤਾ? ਐਕਚੁਅਲੀ PNB ਬੈਂਕ ਤੋਂ ਜਿਹੜੇ ਇਹਨਾਂ ਦੇ ਅਫੀਸ਼ੀਅਲਸ ਨੇ ਉਹ ਮੈਨੂੰ ਮਿਲੇ ਸੀਗੇ ਅਤੇ ਉਹਨਾਂ ਨੇ ਕਿਹਾ ਸੀ ਕਿ ਬੈਂਕ ਵੱਲੋਂ CSR ਅਧੀਨ ਅਸੀਂ 110 ਜਿਹੜੇ ਹੈਗੇ ਆ ਹੌਸਪੀਟਲਸ ਥਰੂ ਆਊਟ ਇੰਡੀਆ ਜਿਹੜੇ ਹੈ ਨਾ ਉਹਨਾਂ ਨੂੰ 10 ਲੱਖ ਰੁਪਏ ਦੀ ਡੋਨੇਸ਼ਨ ਦੇਣੀ ਹੈ। ਅਤੇ ਫਿਰ ਉਹਨਾਂ ਨੇ ਡਿਮਾਂਡ ਕੀਤੀ ਸੀ ਕਿ ਤੁਹਾਨੂੰ ਕਿਹੜੇ ਇਕਵਿਪਮੈਂਟ ਜਾਂ ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਹੈ। ਅਤੇ ਉਹ ਜਿਹੜੀ ਹੈ ਅਸੀਂ ਡਿਮਾਂਡ ਆਪਣੇ SMO ਸਾਹਿਬ ਅਤੇ ਜਿਹੜੇ ਡਾਕਟਰਸ ਨੇ, ਐਨਾਸਥੈਟਿਸਟ, ਮੈਡੀਕਲ ਸਪੈਸ਼ਲਿਸਟ ਅਤੇ ਹੋਰ ਜਿਹੜੇ ਡਾਕਟਰਸ ਹੌਸਪੀਟਲ 'ਚ ਕੰਮ ਕਰਦੇ ਆ ਉਹਨਾਂ ਨਾਲ 2-3 ਮੀਟਿੰਗਾਂ ਕਰਕੇ ਉਹਨਾਂ ਤੋਂ ਡਿਮਾਂਡ ਲੈ ਕੇ, ਕਿਉਂਕਿ ਜਿਹੜੀ ਡਾਕਟਰਾਂ ਨੇ ਯੂਜ਼ ਕਰਨੀ ਹੈ, ਜਿਹੜੀ ਚੀਜ਼ ਉਹਨਾਂ ਨੂੰ ਜ਼ਿਆਦਾ ਲੋੜ ਹੈ, ਫਿਰ ਅਸੀਂ ਉਹਦੀ ਲਿਸਟ ਤਿਆਰ ਕਰਕੇ ਅਤੇ ਬੈਂਕ ਨੂੰ ਦਿੱਤੀ ਹੈ। ਅਤੇ ਤਕਰੀਬਨ ਵੈਸੇ ਤਾਂ ਮੋਸਟ ਆਫ ਦਾ ਇਕਵਿਪਮੈਂਟ ਜਿਹੜੇ ਆ ਸਾਡੇ ਕੋਲ ਅਵੇਲੇਬਲ ਨੇ, ਪਰ ਸਾਡੇ ਕੋਲ ਜਿਹੜੀ ICU ਦੀ ਫੈਸਿਲਿਟੀ ਆ ਉਹ ਨਹੀਂ ਹੈ। ਅਤੇ ਹੁਣ ICU ਲਈ ਸਾਡੇ ਕੋਲ ਮੈਨ ਪਾਵਰ ਵੀ ਨਹੀਂ ਹੈ ਅਤੇ ਨਾਲ ਹੀ ਨਾਲ ਵੈਂਟੀਲੇਟਰ ਨਹੀਂ ਹੈ। ਉਹਦੀ ਤਾਂ ਜ਼ਰੂਰਤ ਹੈ ਵੈਂਟੀਲੇਟਰਾਂ ਦੀ, ਅਤੇ ਪਰ ਉਹਨੂੰ ਚਲਾਉਣ ਵਾਸਤੇ ਵੀ ਟ੍ਰੇਨਡ ਸਟਾਫ ਚਾਹੀਦਾ ਹੁੰਦਾ। ਕਿੰਨੇ ਵੈਂਟੀਲੇਟਰਾਂ ਦੀ ਜ਼ਰੂਰਤ ਹੈ? ਵੈਂਟੀਲੇਟਰਾਂ ਦੀ ਤਾਂ ਕਿਉਂਕਿ ਸਾਨੂੰ ਤਾਂ ਮੈਡੀਕਲ ਕਾਲਜ ਫਰੀਦਕੋਟ ਨਾਲ ਜੋੜਿਆ ਗਿਆ ਸੀਗਾ ਕਿ ICU ਸਾਡਾ ਉੱਥੇ ਇਸਟੈਬਲਿਸ਼ ਕੀਤਾ ਹੋਇਆ, ਅਤੇ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਹੈ ਕਿ ਇੱਥੇ ਵੀ ਅਸੀਂ ICU ਇਸਟੈਬਲਿਸ਼ ਕਰ ਲਈਏ। ਉਹ ਸਰਕਾਰ ਦੇ ਵਿਚਾਰਾਧੀਨ। ਅੱਛਾ, ਹੋਰ ਵੀ ਕਈ ਚੀਜ਼ਾਂ ਦੀ ਕਮੀ ਹੋਵੇਗੀ ਜਿਸ ਨਾਲ ਮਰੀਜ਼ ਜੂਝ ਰਹੇ ਹੋਣਗੇ, ਉਹਦੇ ਬਾਰੇ ਕੁਝ ਦੱਸਣਾ ਚਾਹੋਗੇ? ਸਰਕਾਰ ਤੋਂ ਕੋਈ ਡਿਮਾਂਡ ਹੈ? ਸਰਕਾਰ ਤੋਂ ਤਾਂ ਇਕਵਿਪਮੈਂਟ ਦੇ ਪੱਖੋਂ ਤਾਂ ਸਾਨੂੰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੈ, ਕਿਉਂਕਿ ਪਿਛਲੇ
ਕਾਫੀ ਲੰਬੇ ਸਮੇਂ ਤੋਂ ਜੋ ਵੀ ਤਕਰੀਬਨ ਸਾਜੋ ਸਮਾਨ ਦੀ ਲੋੜ ਪੈਂਦੀ ਹੈ, ਮੈਡੀਸਨ ਦੀ ਲੋੜ ਪੈਂਦੀ ਹੈ, ਉਹ ਤਾਂ ਸਾਨੂੰ ਮਿਲਦੀਆਂ ਰਹਿੰਦੀਆਂ ਟਾਈਮਲੀ, ਉਹਦੀ ਕੋਈ ਸ਼ਾਰਟੇਜ ਨਹੀਂ ਹੈ। ਮੈਨ ਪਾਵਰਸ ਦੀ ਸ਼ਾਰਟੇਜ ਜ਼ਰੂਰ ਹੈ ਕਿ ਡਾਕਟਰਸ ਦੀ, ਸਪੈਸ਼ਲਿਸਟ ਦੀ ਤੇ ਹੋਰ। ਡਾਕਟਰ ਸਾਹਿਬ ਮੇਰਾ ਸਵਾਲ ਹੈ ਕਿ ਪਿਛਲੇ ਕਈ ਦਿਨਾਂ ਤੋਂ 15-20 ਦਿਨਾਂ ਤੋਂ ਅਸੀਂ ਵੇਖ ਰਹੇ ਹਾਂ ਪੈਰਾਸੀਟਾਮੋਲ ਦੀ ਵੀ ਕਮੀ ਚੱਲ ਰਹੀ ਹੈ। ਜਿਹੜੇ ਕੋਵਿਸ਼ੀਲਡ ਜਾਂ ਕੋਵੈਕਸਿਨ ਲਗਵਾਉਣ ਵਾਲੇ ਪੇਸ਼ੈਂਟ ਹਨ ਉਹ ਵੀ ਬਗੈਰ 2 ਟੈਬਲੇਟ ਤੋਂ ਜਾ ਰਹੇ ਵਜ੍ਹਾ ਤੋਂ ਲੈਂਦੇ ਨੇ। ਮੇਰੇ ਹਿਸਾਬ ਨਾਲ ਪੈਰਾਸੀਟਾਮੋਲ ਦੀ ਤਾਂ ਕੋਈ ਸ਼ਾਰਟੇਜ ਹੈ ਨਹੀਂ, ਤੇ ਪੈਰਾਸੀਟਾਮੋਲ ਤਾਂ ਅਵੇਲੇਬਲ ਹੈ। ਫਿਰ ਵੀ ਆਪਾਂ ਚੈੱਕ ਕਰਵਾ ਲੈਂਦੇ ਹਾਂ, ਕਿਸੇ ਵੇਲੇ ਹੋ ਸਕਦਾ ਕਿਸੇ ਸਬ ਸੈਂਟਰ 'ਤੇ ਜਿੱਥੇ ਕਿ ਟੀਕੇ ਲੱਗ ਰਹੇ ਆ ਉੱਥੇ ਨਾ ਅਵੇਲੇਬਲ ਹੋਵੇ।